ਜਦੋਂ ਮੈਂ ਆਫਿਸ ਤੋਂ ਥੱਕ ਕੇ ਘਰ ਪਹੁੰਚਿਆ ਤਾਂ ਮੈਂ ਉਸ ਸਮੇਂ ਜੋਤੀ ਨੂੰ ਤਿਆਰ ਖੜੇ ਦੇਖਿਆ। ਉਸਨੇ ਗੁਲਾਬੀ ਰੰਗ ਦੀ ਬਹੁਤ ਹੀ ਖੂਬਸੂਰਤ ਡਰੈਸ ਪਾਈ ਹੋਈ ਸੀ। ਉਸ ਨੂੰ ਦੇਖਦੇ ਹੀ ਮੇਰੀ ਸਾਰੀ ਥਕਾਨ ਦੂਰ ਹੋ ਗਈ। ਪਰ ਜਿਵੇਂ ਹੀ ਉਸਨੇ ਕਿਹਾ ਕਿ ਮੈਂ ਆਪਣੇ ਪੇਕੇ ਜਾਣਾ ਹੈ, ਮੈਂ ਇਸ ਲਈ ਤਿਆਰ ਹੋਈ ਹਾਂ, ਤਾਂ ਮੇਰਾ ਸਾਰਾ ਮੂਡ ਖਰਾਬ ਹੋ ਗਿਆ। ਮੈਂ ਕਿਹਾ ਕੱਲ ਚਲੀ ਜਾਣਾ, ਅੱਜ ਮੈਂ ਬਹੁਤ ਥੱਕ ਗਿਆ ਹਾਂ। ਮੈਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਿੱਦ ਤੇ ਅੜੀ ਰਹੀ। ਦੀਪ, ਮੈਨੂੰ ਮਾਂ ਦੀ ਬਹੁਤ ਯਾਦ ਆ ਰਹੀ ਹੈ, ਪਲੀਜ਼ ਮੈਨੂੰ ਛੱਡ ਕੇ। ਮੈਂ ਹਾਂ ਕਰ ਦਿੱਤੀ। ਸਾਡੇ ਵਿਆਹ ਨੂੰ ਹਾਲੇ 1 ਮਹੀਨਾ ਹੀ ਹੋਇਆ ਸੀ ਤੇ ਉਹ ਲਗਭਗ ਹਰ ਹਫ਼ਤੇ ਆਪਣੇ ਪੇਕੇ ਜਾਇਆ ਕਰਦੀ ਸੀ। ਫਿਰ ਵੀ ਉਸ ਦਾ ਦਿਲ ਨਹੀਂ ਭਰਦਾ ਸੀ। ਪਰ ਮੈਂ ਕੀ ਕਰਦਾ, ਮੈਨੂੰ ਜੋਤੀ ਨਾਲ ਬੇਪਨਾਹ ਮੁਹੱਬਤ ਹੋ ਗਈ ਸੀ। ਇਸ ਲਈ ਉਸ ਦੀ ਕਿਸੇ ਵੀ ਗੱਲ ਨੂੰ ਟਾਲਣਾ ਮੁਸ਼ਕਲ ਹੋ ਜਾਂਦਾ ਸੀ। ਮਜਬੂਰਨ ਮੈਂ ਉਸ ਨੂੰ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ ਤੇ ਫਰੈਸ਼ ਹੋ ਕੇ ਉਸ ਨੂੰ ਉਸ ਦੇ ਪੇਕੇ ਛੱਡ ਕੇ ਆ ਗਿਆ। ਉਸਨੇ ਕਿਹਾ ਸੀ ਕਿ ਰਾਤ ਨੂੰ ਉਸ ਨੂੰ ਲੈਣ ਆ ਜਾਣਾ। ਮੈਂ ਜਲਦੀ ਵਾਪਸ ਆਇਆ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਸੀ ਤੇ ਅੱਜ ਮੇਰੀ ਤਬੀਅਤ ਵੀ ਠੀਕ ਨਹੀਂ ਲੱਗ ਰਹੀ ਸੀ। ਪਰ ਮੈਂ ਜੋਤੀ ਨੂੰ ਇਸ ਬਾਰੇ ਨਹੀਂ ਕਹਿ ਪਾਇਆ। ਮੈਂ ਜਿਵੇਂ ਹੀ ਆਪਣੇ ਗੇਟ ਸਾਹਮਣੇ ਆਪਣੀ ਕਾਰ ਰੋਕੀ ਤਾਂ ਅਚਾਨਕ ਮੇਰੀ ਨਜ਼ਰ ਗਵਾਂਢੀਆਂ ਦੇ ਘਰ ਵੱਲ ਗਈ। ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਉਹਨਾਂ ਦੀ ਛੱਤ ਤੇ ਇੱਕ ਡਰੈਸ ਲਟਕ ਰਿਹਾ ਸੀ ਅਤੇ ਉਹੋ ਜਿਹਾ ਸੇਮ ਡਰੈਸ ਮੈਂ ਹੁਣੇ ਜੋਤੀ ਦੇ ਪਾਇਆ ਹੋਇਆ ਦੇਖਿਆ ਸੀ। ਬਿਲਕੁਲ ਉਹੀ ਰੰਗ, ਉਹੀ ਪ੍ਰਿੰਟ। ਮੈਂ ਕਾਫੀ ਦੇਰ ਤੱਕ ਉਸ ਨੂੰ ਦੇਖਦਾ ਰਿਹਾ। ਕਿਹੋ ਜਿਹਾ ਅਜੀਬ ਇਤਫਾਕ ਹੈ। ਮੈਂ ਮਨ ਹੀ ਮਨ ਵਿੱਚ ਸੋਚਿਆ ਕਿ ਹੋ ਸਕਦਾ ਹੈ ਜੋਤੀ ਅਤੇ ਭਾਬੀ ਨੇ ਨਾਲ ਹੀ ਸ਼ੋਪਿੰਗ ਕੀਤੀ ਹੋਵੇ, ਇਸ ਲਈ ਇੱਕੋ ਜਿਹਾ ਹੀ ਡਰੈਸ ਖਰੀਦਿਆ ਹੋਵੇ। ਮੈਂ ਇਹਨਾਂ ਹੀ ਖਿਆਲਾਂ ਵਿੱਚ ਡੁੱਬਿਆ ਹੋਇਆ ਸੀ ਅਤੇ ਜਿਵੇਂ ਹੀ ਚੌਕੀਦਾਰ ਨੇ ਗੇਟ ਖੋਲ੍ਹਿਆ ਮੈਂ ਕਾਰ ਅੰਦਰ ਲੈ ਗਿਆ। ਮੈਂ ਨੌਕਰ ਨੂੰ ਕਿਹਾ ਮੈਨੂੰ ਕੋਈ ਡਿਸਟਰਬ ਨਾ ਕਰੇ ਕਿਉਂਕਿ ਮੈਂ ਥੋੜੀ ਦੇਰ ਆਰਾਮ ਕਰਨਾ ਹੈ। ਉਸ ਦਿਨ ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਕਿਉਂਕਿ ਅਜੇ ਇਤਫਾਕ ਹੁੰਦੇ ਰਹਿੰਦੇ ਹਨ। ਮੈਂ ਸ਼ਾਮ ਨੂੰ ਜੋਤੀ ਨੂੰ ਘਰ ਵਾਪਸ ਲੈ ਆਇਆ ਪਰ ਮੈਂ ਉਸ ਨੂੰ ਇਹ ਗੱਲ ਦੱਸਣਾ ਭੁੱਲ ਗਿਆ ਕਿ ਤੇਰੀ ਡਰੈਸ ਵਰਗੀ ਡਰੈਸ ਆਪਣੀ ਗੁਆਂਢਣ ਭਾਬੀ ਕੋਲ ਵੀ ਹੈ। ਪਰ 2 ਦਿਨ ਬਾਅਦ ਤਾਂ ਹੱਦ ਹੀ ਹੋ ਗਈ ਜਦੋਂ ਜੋਤੀ ਨੇ ਦੱਸਿਆ ਕਿ ਮੈਂ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਹਾਂ ਕਿਉਂਕਿ ਮੰਮੀ ਦੀ ਤਬੀਅਤ ਠੀਕ ਨਹੀਂ ਹੈ। ਇਸ ਵੇਲੇ ਉਹ ਨੀਲੇ ਰੰਗ ਦੀ ਬੇਹੱਦ ਖੂਬਸੂਰਤ ਡਰੈਸ ਵਿੱਚ ਸੀ। ਮੈਂ ਉਸ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਕਿਉਂਕਿ ਉਹ ਅੱਜ ਵੀ ਬਹੁਤ ਖੂਬਸੂਰਤ ਲੱਗ ਰਹੀ ਸੀ। ਥੋੜੀ ਦੇਰ ਬਾਅਦ ਮੈਂ ਉਸ ਨੂੰ ਉਸਦੇ ਪੇਕੇ ਘਰ ਛੱਡ ਆਇਆ ਪਰ ਜਿਵੇਂ ਹੀ ਮੈਂ ਘਰ ਪਹੁੰਚਾ ਤਾਂ ਦੰਗ ਰਹਿ ਗਿਆ ਕਿਉਂਕਿ ਮੇਰੇ ਗੁਆਂਢੀਆਂ ਦੀ ਛੱਤ ਤੇ ਉਹੋ ਜਿਹੀ ਹੀ ਡਰੈਸ ਲਟਕ ਰਹੀ ਸੀ ਜੋ ਅੱਜ ਜੋਤੀ ਨੇ ਪੇਕੇ ਜਾਣ ਵੇਲੇ ਪਾਈ ਸੀ। ਇਹ ਕਿਵੇਂ ਹੋ ਸਕਦਾ ਹੈ? ਮੈਨੂੰ ਬਹੁਤ ਅਜੀਬ ਜਿਹਾ ਲੱਗਿਆ ਪਰ ਇਸ ਵਾਰ ਵੀ ਮੈਂ ਇਤਫਾਕ ਹੀ ਸਮਝਿਆ ਤੇ ਆਪਣੇ ਕੰਮ ਤੇ ਲੱਗ ਗਿਆ। ਪਰ ਜਦੋਂ ਤੀਜੀ ਵਾਰ ਅਜਿਹਾ ਹੋਇਆ ਤਾਂ ਮੇਰੀ ਸੋਚ ਸ਼ੱਕ ਵਿੱਚ ਬਦਲ ਗਈ। ਕਿਤੇ ਅਜਿਹਾ ਤਾਂ ਨਹੀਂ ਜੋਤੀ ਪੇਕੇ ਘਰ ਦਾ ਬੋਲ ਕੇ ਮੇਰੇ ਗੁਆਂਢੀਆਂ ਦੇ ਘਰ ਜਾਂਦੀ ਹੋਵੇ? ਪਰ ਅਜਿਹਾ ਕਿਵੇਂ ਹੋ ਸਕਦਾ ਹੈ? ਮੈਂ ਖੁਦ ਉਸ ਨੂੰ ਉਸ ਦੇ ਪੇਕੇ ਘਰ ਛੱਡ ਕੇ ਆਉਂਦਾ ਸੀ ਅਤੇ ਉਸ ਦੇ ਪੇਕੇ ਕਾਫੀ ਦੂਰ ਸਨ। ਪਰ ਉਸ ਦਿਨ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਕਾਰ ਲੈ ਕੇ ਆਪਣੇ ਸਹੁਰੇ ਘਰ ਪਹੁੰਚ ਗਿਆ। ਜੋਤੀ ਉਸੇ ਡਰੈਸ ਵਿੱਚ ਸੀ ਅਤੇ ਮੈਨੂੰ ਦੇਖ ਕੇ ਹੈਰਾਨ ਰਹਿ ਗਈ। ਦੀਪ, ਤੁਸੀਂ ਅਜੇ ਤੱਕ ਗਏ ਨਹੀਂ? ਉਸਨੇ ਹੈਰਾਨੀ ਨਾਲ ਪੁੱਛਿਆ। ਮੈਨੂੰ ਸ਼ਰਮ ਆਉਣ ਲੱਗੀ ਤੇ ਮੈਂ ਖੁਦ ਨੂੰ ਕੋਸਣ ਲੱਗਿਆ ਕਿ ਮੈਂ ਕਿੰਨੀਆਂ ਬੇਵਕੂਫੀ ਭਰੀਆਂ ਗੱਲਾਂ ਸੋਚ ਰਿਹਾ ਹਾਂ। ਜੋਤੀ ਦਾ ਪੇਕਾ ਘਰ ਤਾਂ ਸਾਡੇ ਘਰ ਨਾਲੋਂ ਕਾਫੀ ਦੂਰ ਸੀ, ਫਿਰ ਉਹ ਕਿਵੇਂ ਆ ਸਕਦੀ ਸੀ? ਮੈਂ ਆਪਣੇ ਆਪ ਨੂੰ ਕੋਸਿਆ ਅਤੇ ਘਰ ਵਾਪਸ ਮੁੜ ਆਇਆ ਅਤੇ ਧਿਆਨ ਨਾਲ ਆਪਣੇ ਗੁਆਂਢੀ ਰਮਨ ਦੇ ਘਰ ਵੱਲ ਦੇਖਿਆ। ਉੱਥੇ ਉਹੀ ਡਰੈਸ ਹਾਲੇ ਤੱਕ ਲਟਕ ਰਹੀ ਸੀ। ਮੈਨੂੰ ਇੱਕ ਪਲ ਲਈ ਵੀ ਚੈਨ ਨਹੀਂ ਆ ਰਿਹਾ ਸੀ ਕਿਉਂਕਿ ਇਤਫਾਕ 1 ਜਾਂ 2 ਵਾਰ ਹੋ ਸਕਦਾ ਹੈ, ਵਾਰ-ਵਾਰ ਨਹੀਂ। ਪਰ ਮੈਂ ਇਹ ਗੱਲ ਆਪਣੀ ਜ਼ੁਬਾਨ ਤੇ ਲਿਆਉਣ ਤੋਂ ਡਰਦਾ ਸੀ। ਮੇਰੇ ਵਿਆਹ ਨੂੰ ਹਾਲੇ ਦਿਨ ਹੀ ਕਿੰਨੇ ਹੋਏ ਸਨ ਅਤੇ ਜੋਤੀ ਨੂੰ ਮੇਰੀ ਇਸ ਗੱਲ ਨਾਲ ਕਿੰਨੀ ਤਕਲੀਫ ਹੋ ਸਕਦੀ ਹੈ, ਇਹ ਸੋਚ ਕੇ ਮੈਂ ਚੁੱਪ ਹੋ ਗਿਆ। ਮੈਨੂੰ ਉਹ ਦਿਨ ਯਾਦ ਆ ਰਿਹਾ ਸੀ ਜਿਸ ਦਿਨ ਮੇਰਾ ਵਿਆਹ ਹੋਇਆ ਸੀ। ਮੈਂ ਜੋਤੀ ਨੂੰ ਆਪਣੀ ਪਤਨੀ ਬਣਾ ਕੇ ਘਰ ਲੈ ਆਇਆ ਸੀ। ਉਸੇ ਦਿਨ ਮੇਰਾ ਗਵਾਂਢੀ ਰਮਨ ਮੈਨੂੰ ਵਧਾਈ ਦੇਣ ਆਇਆ ਸੀ ਅਤੇ ਉਸਨੇ ਮੇਰੇ ਕੋਲੋਂ ਮਾਫੀ ਮੰਗੀ ਸੀ ਕਿ ਮੈਂ ਵਿਆਹ ਵਿੱਚ ਨਹੀਂ ਆ ਸਕਿਆ ਕਿਉਂਕਿ ਉਸ ਦਿਨ ਉਸ ਦਾ ਵੀ ਵਿਆਹ ਸੀ। ਉਹ ਤਾਂ ਸਾਡੇ ਘਰ ਕੋਲ ਰਹਿਣ ਥੋੜੇ ਟਾਈਮ ਪਹਿਲਾਂ ਹੀ ਆਇਆ ਸੀ। ਮੈਂ ਉਸ ਨੂੰ ਮੁਸਕਰਾ ਕੇ ਗਲ ਲਾ ਲਿਆ ਅਤੇ ਵਧਾਈ ਦਿੱਤੀ। ਉਹ ਬਹੁਤ ਖੁਸ਼ ਲੱਗ ਰਿਹਾ ਸੀ ਆਪਣੇ ਵਿਆਹ ਨਾਲ। ਖੈਰ, ਖੁਸ਼ ਤਾਂ ਮੈਂ ਵੀ ਬਹੁਤ ਸੀ
ਮੇਰੀ ਵੀ ਲਵ ਕਮ ਅਰੇਂਜ ਮੈਰਿਜ ਸੀ। ਜਦੋਂ ਪਹਿਲੀ ਵਾਰ ਜੋਤੀ ਨੂੰ ਦੇਖਿਆ ਤਾਂ ਉਸੇ ਵਕਤ ਉਸ ਨੂੰ ਦਿਲ ਦੇ ਬੈਠਾ। ਉਹ ਮੇਰੀ ਸੈਕਟਰੀ ਨੂੰ ਮਿਲਣ ਮੇਰੇ ਆਫਿਸ ਵਿੱਚ ਆਈ ਸੀ। ਉਹ ਮੇਰੀ ਸੈਕਟਰੀ ਰਣਵੀਰ ਦੀ ਦੋਸਤ ਸੀ ਅਤੇ ਉਹਨਾਂ ਨੇ ਆਫਿਸ ਤੋਂ ਬਾਅਦ ਲੰਚ ਤੇ ਜਾਣਾ ਸੀ, ਜਿਸ ਲਈ ਰਣਵੀਰ ਨੇ ਮੇਰੇ ਤੋਂ ਪਹਿਲਾਂ ਹੀ ਛੁੱਟੀ ਲੈ ਲਈ ਸੀ। ਸੰਯੋਗ ਨਾਲ ਉਸੇ ਟਾਈਮ ਮੈਂ ਵੀ ਬਾਹਰ ਕਿਤੇ ਕੰਮ ਤੇ ਜਾਣਾ ਸੀ। ਜਿਵੇਂ ਹੀ ਮੈਂ ਆਪਣੇ ਕੈਬਿਨ ਤੋਂ ਨਿਕਲਿਆ ਤਾਂ ਮੇਰੀ ਨਿਗਾਹ ਜੋਤੀ ਤੇ ਪਈ। ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ। ਮੈਂ ਨਾ ਚਾਹੁੰਦੇ ਹੋਏ ਵੀ ਉੱਥੋਂ ਨਿਕਲ ਆਇਆ। ਜਿਵੇਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਦੋਨੇ ਮੇਰੇ ਪਿੱਛੇ ਪਿੱਛੇ ਗੱਲਾਂ ਕਰਦੀਆਂ ਹੋਈਆਂ ਨਿਕਲੀਆਂ। ਮੈਂ ਮੌਕਾ ਦੇਖਦੇ ਹੋਏ ਰਣਵੀਰ ਨੂੰ ਕਿਹਾ ਕਿ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਲਿਫਟ ਦੇ ਸਕਦਾ ਹਾਂ, ਕਿਉਂਕਿ ਮੈਂ ਵੀ ਉੱਧਰ ਹੀ ਜਾਣਾ ਹੈ। ਪਰ ਮੈਂ ਝੂਠ ਬੋਲਿਆ, ਕਿਉਂਕਿ ਮੈਂ ਉੱਧਰ ਨਹੀਂ ਜਾਣਾ ਸੀ ਜਿੱਧਰ ਉਹਨਾਂ ਦਾ ਪ੍ਰੋਗਰਾਮ ਸੀ। ਪਰ ਦਿਲ ਦੇ ਹੱਥੋਂ ਮਜਬੂਰ ਹੋ ਕੇ ਮੈਂ ਉਹਨਾਂ ਨੂੰ ਕਹਿ ਬੈਠਾ। ਮੇਰੀ ਗੱਲ ਸੁਣ ਕੇ ਰਣਵੀਰ ਬਹੁਤ ਖੁਸ਼ ਹੋਈ ਅਤੇ ਜੋਤੀ ਦਾ ਹੱਥ ਫੜ ਕੇ ਗੱਡੀ ਵਿੱਚ ਬੈਠ ਗਈ। ਮੇਰਾ ਦਿਲ ਹਵਾਵਾਂ ਵਿੱਚ ਉੱਡਣ ਲੱਗਿਆ। ਮੈਂ ਉਸ ਦਿਨ ਫੈਸਲਾ ਕਰ ਲਿਆ ਸੀ ਕਿ ਮੈਂ ਆਪਣੀ ਜੀਵਨ ਸਾਥਣ ਜੋਤੀ ਨੂੰ ਹੀ ਬਣਾਵਾਂਗਾ। ਮੈਂ ਉਸ ਦੀ ਮੁਹੱਬਤ ਵਿੱਚ ਇਸ ਤਰ੍ਹਾਂ ਕੈਦ ਹੋ ਚੁੱਕਿਆ ਸੀ ਕਿ ਮੇਰੇ ਤੋਂ ਸਬਰ ਨਹੀਂ ਹੋ ਰਿਹਾ ਸੀ। ਤਾਂ ਮੈਂ 2 ਦਿਨ ਬਾਅਦ ਹੀ ਰਣਵੀਰ ਨੂੰ ਸਭ ਕੁਝ ਦੱਸ ਦਿੱਤਾ। ਰਣਵੀਰ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋ ਗਈ ਅਤੇ ਉਸਨੇ ਦੱਸਿਆ ਕਿ ਜੋਤੀ ਲੋਅਰ ਮਿਡਲ ਕਲਾਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਜੋਬ ਕਰਕੇ ਆਪਣੇ ਮਾਂ-ਬਾਪ ਅਤੇ ਛੋਟੇ ਭੈਣ ਭਰਾ ਦੀ ਦੇਖਭਾਲ ਕਰਦੀ ਹੈ। ਮੈਂ ਕਿਹਾ, ਰਣਵੀਰ, ਮੈਨੂੰ ਉਸਦੇ ਬੈਕਗ੍ਰਾਉਂਡ ਨਾਲ ਕੋਈ ਮਤਲਬ ਨਹੀਂ ਹੈ, ਮੈਨੂੰ ਬਸ ਉਹ ਪਸੰਦ ਹੈ। ਤੂੰ ਦੱਸ, ਮੈਂ ਉਸਦੇ ਘਰ ਜਾ ਸਕਦਾ ਹਾਂ? ਉਸਨੇ ਮੈਨੂੰ ਜਲਦੀ ਹੀ ਦੱਸਣ ਦਾ ਵਾਅਦਾ ਕੀਤਾ। ਇਸ ਤਰ੍ਹਾਂ ਕੁਝ ਦਿਨਾਂ ਬਾਅਦ ਮੈਂ ਆਪਣੀ ਮਾਂ ਨੂੰ ਲੈ ਕੇ ਉਸਦੇ ਘਰ ਚਲਾ ਗਿਆ। ਪਹਿਲੀ ਮੁਲਾਕਾਤ ਵਿੱਚ ਹੀ ਉਹਨਾਂ ਨੇ ਰਿਸ਼ਤਾ ਮਨਜ਼ੂਰ ਕਰ ਲਿਆ। ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੇਰੀ ਮਾਂ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਗਈ, ਕਿਉਂਕਿ ਉਹ ਮੇਰੇ ਨਾਲ ਨਹੀਂ ਰਹਿੰਦੀ ਸੀ। ਉਹਨਾਂ ਦਾ ਆਪਣੇ ਘਰ ਦੇ ਬਿਨਾਂ ਕਿਤੇ ਜੀ ਨਹੀਂ ਲੱਗਦਾ ਸੀ, ਜਦਕਿ ਮੈਂ ਜੋਬ ਦੀ ਵਜ੍ਹਾ ਨਾਲ ਸ਼ਹਿਰ ਵਿੱਚ ਰਹਿੰਦਾ ਸੀ। ਇੱਥੇ ਮੈਂ ਬਹੁਤ ਵੱਡੀ ਕੰਪਨੀ ਵਿੱਚ ਇੱਕ ਵੱਡੀ ਪੋਸਟ 'ਤੇ ਕੰਮ ਕਰਦਾ ਸੀ। ਮੇਰਾ ਬੰਗਲਾ, ਗੱਡੀ, ਸਭ ਕੁਝ ਕੰਪਨੀ ਵੱਲੋਂ ਹੀ ਮੈਨੂੰ ਪੈਕੇਜ ਦੇ ਰੂਪ ਵਿੱਚ ਮਿਲਿਆ ਸੀ। ਜੇ ਦੇਸ਼ ਤੋਂ ਬਾਹਰ ਜਾਣਾ ਹੁੰਦਾ ਤਾਂ ਕੰਪਨੀ ਮੈਨੂੰ ਉਸ ਤੋਂ ਜ਼ਿਆਦਾ ਪੈਸੇ ਦਿੰਦੀ ਸੀ। ਮੈਂ ਆਪਣੀ ਨੌਕਰੀ ਅਤੇ ਲਾਈਫ ਸਟਾਈਲ ਤੋਂ ਬਹੁਤ ਸੰਤੁਸ਼ਟ ਸੀ ਅਤੇ ਜਦੋਂ ਤੋਂ ਜੋਤੀ ਮੇਰੀ ਜ਼ਿੰਦਗੀ ਵਿੱਚ ਆਈ, ਕੋਈ ਕਮੀ ਨਹੀਂ ਰਹੀ। ਜੋਤੀ ਵੀ ਮੇਰਾ ਬਹੁਤ ਖਿਆਲ ਰੱਖਦੀ। ਪਰ ਜਦੋਂ ਦਾ ਉਹ ਡਰੈਸ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਉਦੋਂ ਤੋਂ ਮੇਰੀ ਤਾਂ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਹੁਣ ਤਾਂ ਮੈਂ ਜੋਤੀ ਨਾਲ ਕੋਈ ਗੱਲ ਵੀ ਨਹੀਂ ਕਰ ਪਾਉਂਦਾ ਸੀ। ਉਹ ਜਦੋਂ ਵੀ ਆਪਣੇ ਪੇਕੇ ਘਰ ਜਾਣ ਦਾ ਕਹਿੰਦੀ ਤਾਂ ਮੈਨੂੰ ਬੜਾ ਗੁੱਸਾ ਆਉਂਦਾ। ਇੱਕ ਦਿਨ ਤਾਂ ਮੈਂ ਗੁੱਸੇ ਵਿੱਚ ਬੋਲ ਪਿਆ ਕਿ ਸਾਰਾ ਦਿਨ ਮਾਂ ਦੇ ਘਰ ਜਾਣ ਬਾਰੇ ਸੋਚਦੀ ਰਹਿੰਦੀ ਹੈ, ਕਦੇ ਇਹ ਵੀ ਸੋਚ ਲਿਆ ਕਰਕੇ ਮੈਂ ਕੀ ਚਾਹੁੰਦਾ ਹਾਂ। ਮੇਰੀ ਆਵਾਜ਼ ਉੱਚੀ ਹੋ ਗਈ ਸੀ, ਜਿਸ ਨੂੰ ਸੁਣ ਕੇ ਉਹ ਡਰ ਗਈ। ਕੀ ਹੋਇਆ ਹੈ ਦੀਪ? ਮੇਰੇ ਤੋਂ ਕੋਈ ਗਲਤੀ ਹੋਈ ਹੈ? ਉਹ ਅਚਾਨਕ ਰੋਣ ਲੱਗੀ। ਮੇਰਾ ਦਿਲ ਉਸ ਨੂੰ ਵੇਖ ਕੇ ਪਿਘਲ ਗਿਆ। ਮੈਂ ਉਸ ਤੋਂ ਇਸ ਰਵੱਈਏ ਲਈ ਮਾਫੀ ਮੰਗੀ ਅਤੇ ਕੁਝ ਹੀ ਦੇਰ ਬਾਅਦ ਉਸ ਨੂੰ ਪੇਕੇ ਛੱਡਣ ਚਲਾ ਗਿਆ। ਮੁੜਦੇ ਸਮੇਂ ਉਹੀ ਡਰੈਸ ਮੈਨੂੰ ਰਮਨ ਦੇ ਘਰੇ ਲਟਕਦਾ ਹੋਇਆ ਦਿਖਾਈ ਦਿੱਤਾ। ਪਤਾ ਨਹੀਂ ਮੈਨੂੰ ਕੀ ਹੋ ਰਿਹਾ ਸੀ। ਹੁਣ ਤਾਂ ਜੋਤੀ ਵੀ ਮੇਰੇ ਨਾਲ ਨਾਰਾਜ਼ ਰਹਿਣ ਲੱਗੀ। ਮੈਂ ਸਾਰਾ ਦਿਨ ਚਿੜਚਿੜਾ ਰਹਿਣ ਲੱਗਿਆ। ਆਫਿਸ ਵਿੱਚ ਵੀ ਲੋਕ ਮੇਰੀਆਂ ਸ਼ਿਕਾਇਤਾਂ ਕਰਨ ਲੱਗੇ। ਜੇ ਇਹ ਨੌਕਰੀ ਚਲੀ ਜਾਂਦੀ ਤਾਂ ਮੈਂ ਕਿਸੇ ਪਾਸੇ ਦਾ ਨਹੀਂ ਰਹਿਣਾ ਸੀ। ਇਸ ਲਈ ਮੈਨੂੰ ਆਪਣੇ ਦਿਲ ਅਤੇ ਦਿਮਾਗ ਨੂੰ ਤਰੋਤਾਜ਼ਾ ਕਰਨਾ ਪੈਣਾ ਸੀ। ਪਰ ਜਿਸ ਦੇ ਦਿਲ ਦਿਮਾਗ ਵਿੱਚ ਇੰਨਾ ਤੂਫਾਨ ਚੱਲਦਾ ਹੋਵੇ, ਉਹ ਭਲਾ ਠੀਕ ਕਿਵੇਂ ਰਹਿ ਸਕਦਾ ਸੀ? ਮਜਬੂਰਨ ਮੈਂ ਬਿਮਾਰੀ ਦਾ ਬਹਾਨਾ ਕਰਕੇ 2 ਹਫ਼ਤਿਆਂ ਦੀ ਛੁੱਟੀ ਲੈ ਲਈ। ਉਹਨਾਂ ਦਿਨਾਂ ਵਿੱਚ ਮੈਂ ਨੋਟਿਸ ਕੀਤਾ ਕਿ ਜੋਤੀ ਕੁਝ ਪਰੇਸ਼ਾਨ ਰਹਿੰਦੀ ਸੀ। ਕਦੇ-ਕਦੇ ਰਾਤ ਨੂੰ ਕਮਰੇ ਵਿੱਚੋਂ ਉੱਠ ਕੇ ਪਤਾ ਨਹੀਂ ਕਿੱਧਰ ਚਲੀ ਜਾਂਦੀ। ਮੈਂ ਪੂਰੇ ਘਰ ਵਿੱਚੋਂ ਲੱਭ ਕੇ ਜਦੋਂ ਆਪਣੇ ਕਮਰੇ ਵਿੱਚ ਵਾਪਸ ਆਉਂਦਾ ਤਾਂ ਉਹ ਬੈੱਡ ਤੇ ਬੈਠੀ ਹੁੰਦੀ। ਮੈਂ ਬੜਾ ਹੈਰਾਨ ਹੋ ਜਾਂਦਾ। ਉਹ ਬਹੁਤ ਹੀ ਉਖੜੀ ਰਹਿੰਦੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਕੀ ਪਰੇਸ਼ਾਨੀ ਹੈ ਤੈਨੂੰ, ਤਾਂ ਉਸਨੇ ਕਿਹਾ, ਤੁਹਾਨੂੰ ਦਿਖਾਈ ਨਹੀਂ ਦਿੰਦਾ? ਮੈਂ ਤਾਂ ਸੋ ਰਹੀ ਹਾਂ, ਬਾਹਰ ਤੋਂ ਤਾਂ ਤੁਸੀਂ ਆਏ ਹੋ। ਇਸ ਗੱਲ ਤੇ ਮੈਂ ਚੁੱਪ ਹੋ ਗਿਆ ਤੇ ਕੋਈ ਜਵਾਬ ਨਹੀਂ ਦਿੱਤਾ। ਉਸਨੇ ਮੈਨੂੰ ਬੜੀ ਹੀ ਅਜੀਬ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ, ਕੀ ਹੋਇਆ ਦੀਪ? ਮੈਨੂੰ ਤੁਹਾਡੀ ਦਿਮਾਗੀ ਹਾਲਤ ਠੀਕ ਨਹੀਂ ਲੱਗਦੀ। ਉਸ ਨੂੰ ਇਸ ਤਰ੍ਹਾਂ ਕਹਿੰਦੇ ਦੇਖ ਕੇ ਮੈਂ ਆਪਣਾ ਸਿਰ ਫੜ ਲੈਂਦਾ। ਉਹ ਠੀਕ ਹੀ ਤਾਂ ਕਹਿ ਰਹੀ ਸੀ। ਮੈਂ ਅੱਜ ਕੱਲ੍ਹ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗ ਗਿਆ ਸੀ। ਪਰ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਸ ਗੱਲ ਦਾ ਪਤਾ ਲਗਾ ਕੇ ਹੀ ਰਹਾਂਗਾ ਜੋ ਮੇਰੇ ਨਾਲ ਹੋ ਰਿਹਾ ਹੈ।
ਅੱਜ ਜਿਵੇਂ ਹੀ ਮੈਂ ਜੋਤੀ ਨੂੰ ਉਸਦੇ ਪੇਕੇ ਛੱਡ ਕੇ ਵਾਪਸ ਆਇਆ ਤਾਂ ਦੇਖਿਆ ਕਿ ਰੋਜ਼ ਦੀ ਤਰ੍ਹਾਂ ਬੈਂਗਣੀ ਰੰਗ ਦਾ ਡਰੈਸ ਰਮਨ ਦੇ ਘਰ ਦੀ ਛੱਤ ਤੇ ਲਟਕ ਰਿਹਾ ਸੀ। ਕੁਝ ਸੋਚ ਕੇ ਮੈਂ ਅੰਦਰ ਗਿਆ ਤੇ ਪੌੜੀਆਂ ਚੜ੍ਹ ਕੇ ਸਿੱਧਾ ਛੱਤ ਤੇ ਪਹੁੰਚ ਗਿਆ। ਮੇਰੀ ਅਤੇ ਰਮਨ ਦੀ ਛੱਤ ਬਿਲਕੁਲ ਨਾਲ ਸੀ। ਉਸ ਦੀ ਛੱਤ ਤੇ ਤਾਰ ਉੱਪਰ ਕੱਪੜੇ ਟੰਗੇ ਹੋਏ ਸੀ। ਮੈਂ ਹੱਥ ਲਾ ਕੇ ਦੇਖਿਆ ਤਾਂ ਉਹ ਤਾਜ਼ਾ ਧੋਤੇ ਹੋਏ ਸੀ। ਮੈਂ ਕਮੀਜ਼ ਦੇ ਵਿਚਲੇ ਹਿੱਸੇ ਨੂੰ ਪਾੜ ਦਿੱਤਾ। ਉਹ ਕਮੀਜ਼ ਪਾੜ ਕੇ ਜਿਵੇਂ ਉੱਪਰ ਗਿਆ ਸੀ ਉਵੇਂ ਹੀ ਹੇਠਾਂ ਆ ਗਿਆ ਤੇ ਸਹੁਰੇ ਘਰ ਗੱਡੀ ਲੈ ਕੇ ਪਹੁੰਚ ਗਿਆ, ਕਿਉਂਕਿ ਅੱਜ ਮੈਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਸੀ। ਮੈਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾਈ ਤੇ ਜਿਵੇਂ ਹੀ ਮੈਂ ਜੋਤੀ ਦੇ ਘਰ ਪਹੁੰਚਾ ਤਾਂ ਮੈਨੂੰ ਦੇਖ ਕੇ ਜੋਤੀ ਹੈਰਾਨ ਹੋ ਗਈ, ਕਿਉਂਕਿ ਇਸ ਤਰ੍ਹਾਂ ਮੈਂ ਕਈ ਵਾਰ ਕੀਤਾ ਸੀ ਤੇ ਵਾਪਸ ਆ ਜਾਂਦਾ ਸੀ। ਪਰ ਜੋਤੀ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਸ ਦਾ ਕਮੀਜ਼ ਵੀ ਵਿੱਚੋਂ ਫਟਿਆ ਹੋਇਆ ਸੀ, ਬਿਲਕੁਲ ਉਵੇਂ ਹੀ ਜਿਵੇਂ ਮੈਂ ਪਾੜਿਆ ਸੀ। ਇਹ ਸਭ ਦੇਖ ਕੇ ਮੈਨੂੰ ਗੁੱਸਾ ਆਇਆ। ਮੈਂ ਆਪਣਾ ਹੋਸ਼ ਹਵਾਸ ਖੋ ਬੈਠਾ। ਬਿਨਾਂ ਸੋਚੇ ਸਮਝੇ ਜੋਤੀ ਦੀ ਗੱਲ ਤੇ ਜ਼ੋਰਦਾਰ ਚਪੇੜ ਮਾਰ ਦਿੱਤਾ। ਉਹ ਚੱਕਰਾ ਕੇ ਡਿੱਗ ਪਈ ਅਤੇ ਉੱਚੀ ਉੱਚੀ ਸਭ ਨੂੰ ਬੁਲਾਉਣ ਲੱਗੀ। ਉਸਦੇ ਰੌਲਾ ਪਾਉਣ ਨਾਲ ਸਭ ਇਕੱਠੇ ਹੋ ਗਏ, ਪਰ ਮੈਨੂੰ ਗੁੱਸੇ ਵਿੱਚ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਮੈਂ ਉਸਦਾ ਹੱਥ ਫੜ ਕੇ ਖਿੱਚ ਲਿਆ ਤੇ ਕਿਹਾ, ਚੱਲ ਮੇਰੇ ਨਾਲ। ਉਸਦੇ ਘਰ ਦੇ ਰੌਲਾ ਪਾਉਣ ਲੱਗੇ ਕਿ ਕੀ ਹੋ ਗਿਆ। ਮੇਰੇ ਸੱਸ ਸਹੁਰਾ ਹੈਰਾਨ ਪਰੇਸ਼ਾਨ ਹੁੰਦੇ ਹੋਏ ਪੁੱਛਣ ਲੱਗੇ, ਕੀ ਹੋਇਆ। ਮੈਂ ਕਿਹਾ, ਤੁਸੀਂ ਇਹ ਸਭ ਆਪਣੀ ਬੇਟੀ ਤੋਂ ਕਿਉਂ ਨਹੀਂ ਪੁੱਛਦੇ? ਕਿਸ ਨੂੰ ਬੇਵਕੂਫ ਬਣਾ ਰਹੀ ਹੈ। ਉਹ ਕਹਿਣ ਲੱਗੇ, ਪਰ ਬੇਟਾ ਇਸਨੇ ਕੀਤਾ ਕੀ ਹੈ। ਮੈਂ ਕਿਹਾ, ਇਸ ਤੋਂ ਪੁੱਛੋ, ਇਸ ਦੀ ਕਮੀਜ਼ ਕਿਵੇਂ ਫਟੀ। ਮੇਰੀਆਂ ਗੱਲਾਂ ਸੁਣ ਕੇ ਉਹ ਸਭ ਇੱਕ ਦੂਜੇ ਵੱਲ ਗੌਰ ਨਾਲ ਦੇਖਣ ਲੱਗੇ ਤੇ ਬੋਲੇ, ਇਸ ਦੀ ਕਮੀਜ਼ ਤਾਂ ਹੁਣੇ-ਹੁਣੇ ਗੇਟ ਦੇ ਅੰਦਰੋਂ ਆਉਂਦੇ ਹੋਏ ਦਰਵਾਜ਼ੇ ਵਿੱਚ ਲੱਗੇ ਕਿੱਲ ਵਿੱਚ ਫਸ ਕੇ ਫਟ ਗਈ। ਮੈਂ ਕਿਹਾ, ਇਹ ਨਹੀਂ ਹੋ ਸਕਦਾ। ਤੁਸੀਂ ਸਭ ਇਸ ਨਾਲ ਮਿਲੇ ਹੋਏ ਹੋ। ਇਸ ਦੇ ਝੂਠ ਵਿੱਚ ਤੁਸੀਂ ਇਸ ਦਾ ਸਾਥ ਦੇ ਰਹੇ ਹੋ। ਮੈਂ ਹੁਣ ਆਪਣੇ ਆਪੇ ਤੋਂ ਬਾਹਰ ਹੋ ਚੁੱਕਿਆ ਸੀ ਅਤੇ ਜੋਤੀ ਨੂੰ ਉੱਥੋਂ ਘਸੀਟਦਾ ਹੋਇਆ ਆਪਣੇ ਘਰ ਲੈ ਆਇਆ। ਜੋਤੀ ਪੂਰੇ ਰਸਤੇ ਰੋਂਦੀ ਆਈ, ਪਰ ਮੈਨੂੰ ਉਸ ਤੇ ਜਰਾ ਵੀ ਤਰਸ ਨਹੀਂ ਆ ਰਿਹਾ ਸੀ। ਘਰ ਪਹੁੰਚਦੇ ਹੀ ਮੈਂ ਉਸ ਨੂੰ ਵਾਲਾਂ ਤੋਂ ਫੜ ਕੇ ਕਿਹਾ, ਦੱਸ ਕੀ ਚੱਕਰ ਹੈ ਤੇਰਾ ਰਮਨ ਨਾਲ। ਉਹ ਉੱਚੀ ਚੀਖਦੇ ਹੋਏ ਬੋਲੀ, ਕੀ ਕਹਿ ਰਹੇ ਹੋ ਦੀਪ। ਪਰ ਮੈਨੂੰ ਹੁਣ ਉਸ ਦੀ ਕੋਈ ਪਰਵਾਹ ਨਹੀਂ ਸੀ। ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਇਹ ਕੀ ਪਾਗਲਪਨ ਹੈ। ਤੁਸੀਂ ਮੇਰੇ ਬਾਰੇ ਇੰਨਾ ਗਲਤ ਕਿਵੇਂ ਸੋਚ ਸਕਦੇ ਹੋ। ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ, ਕਿਉਂਕਿ ਮੈਂ ਕੋਈ ਡਿੱਗਿਆ ਹੋਇਆ ਇਨਸਾਨ ਨਹੀਂ ਸੀ ਜੋ ਅੱਖੀਂ ਦੇਖੀ ਮੱਖੀ ਨਿਕਲ ਜਾਵੇ। ਪਰ ਉਹ ਲਗਾਤਾਰ ਇਨਕਾਰ ਕਰਦੀ ਜਾ ਰਹੀ ਸੀ। ਮੇਰਾ ਗੁੱਸੇ ਨਾਲ ਬੁਰਾ ਹਾਲ ਸੀ। ਮੈਂ ਉਸ ਨੂੰ ਕਿਹਾ, ਜੇ ਤੂੰ ਮੈਨੂੰ ਸੱਚ ਦੱਸ ਦੇਵੇਗੀ ਤਾਂ ਮੈਂ ਤੈਨੂੰ ਕੁਝ ਨਹੀਂ ਕਹਾਂਗਾ। ਤਾਂ ਮੈਂ ਅਚਾਨਕ ਦੇਖਿਆ ਕਿ ਸਾਡੇ ਘਰ ਪੁਲਿਸ ਆ ਗਈ। ਉਹਨਾਂ ਵਿੱਚ ਇੱਕ ਮਹਿਲਾ ਕਾਂਸਟੇਬਲ ਨੇ ਆਉਂਦੇ ਹੀ ਮੇਰੇ ਹੱਥਾਂ 'ਚੋਂ ਜੋਤੀ ਨੂੰ ਛੁਡਾਇਆ ਅਤੇ ਉਸ ਨੂੰ ਸੋਫੇ ਤੇ ਬਿਠਾਇਆ ਤੇ ਉਸ ਦਾ ਬਿਆਨ ਲੈਣ ਲੱਗੀ, ਜਦ ਕਿ ਮੈਨੂੰ ਹੱਥਕੜੀ ਪਹਿਨਾ ਦਿੱਤੀ ਗਈ। ਇਹ ਸਭ ਕੀ ਹੈ। ਮੈਂ ਚੀਖ ਕੇ ਬੋਲਿਆ, ਇਹ ਤਾਂ ਬੇਟਾ ਤੈਨੂੰ ਥਾਣੇ ਚੱਲ ਕੇ ਪਤਾ ਲੱਗ ਜਾਏਗਾ। ਉਹ ਪੁਲਿਸ ਇੰਸਪੈਕਟਰ ਹੱਸਦੇ ਹੋਏ ਕਹਿਣ ਲੱਗਾ। ਮੈਨੂੰ ਹੱਥਕੜੀ ਲਾ ਕੇ ਪੁਲਿਸ ਗੱਡੀ ਵਿੱਚ ਬਿਠਾ ਦਿੱਤਾ। ਜਾਂਦੇ ਵਕਤ ਮੇਰੇ ਕੰਨਾਂ ਵਿੱਚ ਜੋਤੀ ਦੀ ਆਵਾਜ਼ ਲਗਾਤਾਰ ਗੂੰਜ ਰਹੀ ਸੀ ਕਿ ਮੇਰਾ ਪਤੀ ਪਾਗਲ ਹੈ। ਪਹਿਲੇ ਦਿਨ ਤੋਂ ਹੀ ਇਸ ਨੂੰ ਪਾਗਲਪਨ ਦੇ ਦੌਰੇ ਪੈਂਦੇ ਹਨ। ਜੋਤੀ ਪੁਲਿਸ ਨੂੰ ਦੱਸੀ ਜਾ ਰਹੀ ਸੀ ਅਤੇ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ। ਉਹ ਜਿਸ ਨੂੰ ਮੈਂ ਦਿਲ ਜਾਨ ਤੋਂ ਚਾਹਿਆ ਸੀ, ਉਹ ਕੀ ਕਹਿ ਰਹੀ ਸੀ। ਮੇਰੀ ਹਵਾਲਾਤ ਦਾ ਅੱਜ ਦੂਜਾ ਦਿਨ ਸੀ। ਜੋਤੀ ਨੇ ਮੇਰੀ ਖਬਰ ਤੱਕ ਨਾ ਲਈ। ਮੈਨੂੰ ਉਹਨਾਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਜੋ ਕੁਝ ਜੋਤੀ ਪੁਲਿਸ ਨੂੰ ਦੱਸ ਰਹੀ ਸੀ। ਮੈਂ ਇੱਕ ਦਿਮਾਗੀ ਮਰੀਜ਼ ਅਤੇ ਮੈਨੂੰ ਪਾਗਲਪਨ ਦੇ ਦੌਰੇ ਪੈਂਦੇ ਹਨ ਤੇ ਫਿਰ ਮੈਂ ਉਸ ਤੇ ਜ਼ੁਲਮ ਕਰਦਾ ਹਾਂ। ਇਹ ਸਭ ਉਸ ਦਾ ਕਹਿਣਾ ਸੀ। ਇਸ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਰਾਤ ਪੁਲਿਸ ਨੂੰ ਰਮਨ ਨੇ ਫੋਨ ਕੀਤਾ ਸੀ, ਜੋ ਮੇਰਾ ਗੁਆਂਢੀ ਸੀ, ਜਿਸ ਦੀ ਵਜ੍ਹਾ ਨਾਲ ਇਹ ਸਾਰਾ ਸਿਲਸਿਲਾ ਸ਼ੁਰੂ ਹੋਇਆ ਸੀ। ਇਹ ਸਭ ਕੀ ਚੱਲ ਰਿਹਾ ਸੀ ਮੇਰੇ ਖਿਲਾਫ, ਕੁਝ ਸਮਝ ਨਹੀਂ ਆ ਰਿਹਾ ਸੀ। ਜੋਤੀ ਨੇ ਮੇਰੇ ਖਿਲਾਫ ਕੇਸ ਫਾਈਲ ਕਰ ਦਿੱਤਾ ਅਤੇ ਨਾ ਜਾਣੇ ਕੀ ਕੀ ਆਰੋਪ ਲਾਏ ਸਨ ਉਸਨੇ ਮੇਰੇ ਉੱਤੇ। ਮੇਰੀ ਮਾਂ ਬਹੁਤ ਕੋਸ਼ਿਸ਼ ਕਰ ਰਹੀ ਸੀ, ਪਰ ਮੇਰੀ ਜ਼ਮਾਨਤ ਨਹੀਂ ਹੋ ਰਹੀ ਸੀ। ਮਾਮਲੇ ਅਨੁਸਾਰ ਮੇਰਾ ਮੈਡੀਕਲ ਚੈੱਕਅਪ ਹੋਣਾ ਸੀ ਅਤੇ ਰਿਪੋਰਟਾਂ ਤੋਂ ਬਾਅਦ ਹੀ ਮੇਰੀ ਜ਼ਮਾਨਤ ਹੋ ਸਕਦੀ ਸੀ। 2 ਦਿਨ ਬਾਅਦ ਜਦੋਂ ਡਾਕਟਰ ਨੇ ਮੈਨੂੰ ਸਵਾਲ ਪੁੱਛੇ ਤਾਂ ਮੈਂ ਉਸ ਨੂੰ ਸਾਰਾ ਕਿੱਸਾ ਸੁਣਾ ਦਿੱਤਾ, ਜਿਸ ਨੂੰ ਸੁਣ ਕੇ ਉਹ ਵੀ ਮੈਨੂੰ ਅਜਿਹੀਆਂ ਨਜ਼ਰਾਂ ਨਾਲ ਦੇਖਣ ਲੱਗਿਆ ਜਿਵੇਂ ਮੈਂ ਕੋਈ ਪਾਗਲ ਸੀ। ਉਸ ਦੇ ਇਸ ਤਰ੍ਹਾਂ ਦੇਖਣ ਤੇ
ਮੈਨੂੰ ਅਚਾਨਕ ਗੁੱਸਾ ਆ ਗਿਆ। ਮੈਂ ਕਿਹਾ, ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਪਾਗਲ ਹਾਂ? ਮੈਂ ਗੁੱਸੇ ਵਿੱਚ ਆ ਕੇ ਪੁੱਛਿਆ ਤੇ ਉਹ ਮੈਨੂੰ ਸਮਝਾਉਣ ਲੱਗੇ। ਕਹਿੰਦੇ, ਜਿਹੜਾ ਕਿੱਸਾ ਤੂੰ ਸੁਣਾ ਰਿਹਾ ਹੈ ਉਹ ਨਾਮੁਮਕਿਨ ਹੈ। ਇਤਫਾਕ ਇੱਕ ਜਾਂ ਦੋ ਵਾਰ ਦਾ ਹੋ ਸਕਦਾ ਹੈ, ਬਾਰ-ਬਾਰ ਨਹੀਂ। ਡਾਕਟਰ ਮੈਨੂੰ ਆਰਾਮ ਨਾਲ ਸਮਝਾ ਰਿਹਾ ਸੀ ਤੇ ਮੇਰੀ ਸਾਹ ਫੁੱਲ ਰਹੀ ਸੀ। ਉਸਨੇ ਮੇਰੀ ਹਾਂ ਵਿੱਚ ਹਾਂ ਮਿਲਾ ਕੇ ਮੈਨੂੰ ਚੁੱਪ ਕਰਾ ਦਿੱਤਾ ਤੇ ਆਪਣੀ ਰਿਪੋਰਟ ਵਿੱਚ ਉਸਨੇ ਮੈਨੂੰ ਮਾਨਸਿਕ ਰੋਗੀ ਲਿਖ ਦਿੱਤਾ, ਜਿਸ ਦੇ परिणाम ਸਰੂਪ ਮੈਨੂੰ ਜੱਜ ਨੇ 2 ਮਹੀਨਿਆਂ ਲਈ ਮੈਂਟਲ ਹਸਪੀਟਲ ਭੇਜ ਦਿੱਤਾ। ਮੈਂ ਚੀਖਦਾ ਚਿল্ਲਾਉਂਦਾ ਰਿਹਾ ਕਿ ਮੈਂ ਪਾਗਲ ਨਹੀਂ ਹਾਂ, ਪਰ ਉੱਥੇ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ। ਮੈਨੂੰ ਸਭ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਇੱਕ ਦਿਨ ਇੱਕ ਭਲੀ ਨਰਸ ਮੇਰੇ ਕੋਲ ਆਈ ਤੇ ਉਹ ਮੇਰਾ ਹਾਲ ਜਾਣਨ ਲੱਗੀ। ਪਹਿਲਾਂ ਤਾਂ ਮੈਂ ਉਸ ਨੂੰ ਦੱਸਣੋਂ ਇਨਕਾਰ ਕਰ ਦਿੱਤਾ, ਪਰ ਉਸਨੇ ਮੈਨੂੰ ਭਰੋਸਾ ਦਿਵਾਇਆ ਤਾਂ ਮੈਂ ਉਸ ਨੂੰ ਸਭ ਕੁਝ ਦੱਸਿਆ ਕਿ ਮੇਰੀ ਪਤਨੀ ਨੇ ਮੇਰੇ ਨਾਲ ਧੋਖਾ ਕੀਤਾ। ਤਾਂ ਉਸ ਨਰਸ ਨੇ ਕਿਹਾ, ਮੈਂ ਤੇਰਾ ਸਾਥ ਜ਼ਰੂਰ ਦੇਵਾਂਗੀ। ਉਸਨੇ ਮੈਨੂੰ ਕਿਹਾ ਕਿ ਮੈਂ ਜੋਤੀ ਨੂੰ ਤੇਰੇ ਨਾਲ ਮੁਲਾਕਾਤ ਕਰਨ ਲਈ ਲੈ ਕੇ ਆਵਾਂਗੀ। ਖੈਰ, ਐਵੇਂ ਹੀ ਹੋਇਆ। ਇੱਕ ਦਿਨ ਜੋਤੀ ਮੇਰੇ ਨਾਲ ਮੁਲਾਕਾਤ ਲਈ ਪਹੁੰਚ ਹੀ ਗਈ। ਉਸ ਨਾਲ ਰਮਨ ਸੀ। ਮੈਨੂੰ ਉਹਨਾਂ ਦੋਵਾਂ ਨੂੰ ਇਕੱਠਿਆਂ ਦੇਖ ਕੇ ਝਟਕਾ ਲੱਗਿਆ। ਮੈਂ ਕਿਹਾ, ਤੁਸੀਂ ਦੋਨੇ ਇਕੱਠੇ ਕਿਵੇਂ? ਤਾਂ ਉਹ ਦੋਨੇ ਮੇਰੇ ਵੱਲ ਵੇਖ ਕੇ ਹੱਸਣ ਲੱਗੇ। ਉਦੋਂ ਉਹ ਆਪਣੀਆਂ ਕਾਲੀਆਂ ਕਰਤੂਤਾਂ ਮੇਰੇ ਸਾਹਮਣੇ ਉਗਲਦੇ ਗਏ। ਜੋਤੀ ਨੇ ਕਿਹਾ, ਮੈਂ ਤੇਰੇ ਨਾਲ ਵਿਆਹ ਸਿਰਫ ਤੇਰੇ ਪੈਸਿਆਂ ਦੀ ਖਾਤਰ ਕਰਵਾਇਆ ਸੀ। ਮੈਨੂੰ ਸੀ ਕਿ ਮੈਂ ਤੈਨੂੰ ਪਾਗਲ ਸਾਬਤ ਕਰ ਦੇਵਾਂ ਤੇ ਸਾਰਾ ਪੈਸਾ ਮੇਰਾ ਹੋ ਜਾਵੇਗਾ, ਤੇ ਉਹ ਮੈਂ ਸਾਬਤ ਕਰ ਦਿੱਤਾ, ਕਿਉਂਕਿ ਮੈਂ ਰਮਨ ਨੂੰ ਪਿਆਰ ਕਰਦੀ ਹਾਂ। ਤੈਨੂੰ ਪਤਾ ਨਹੀਂ ਅਸੀਂ ਤੇਰੇ ਪੈਸੇ ਖਾਤਰ ਕੀ ਪਾਪੜ ਵੇਲੇ। ਮੇਰੀ ਤਾਂ ਛੋਟੀ ਜਿਹੀ ਨੌਕਰੀ ਸੀ ਜਿਸ ਨਾਲ ਘਰ ਦਾ ਖਰਚਾ ਮਸਾਂ ਚੱਲਦਾ ਸੀ। ਉਹ ਕੱਪੜੇ ਵੀ ਅਸੀਂ 2 ਜੋੜੀ ਲਿਆ ਕੇ 1 ਜੋੜੀ ਛੱਤ ਤੇ ਟੰਗ ਦਿੰਦੇ ਤਾਂ ਕਿ ਤੈਨੂੰ ਸ਼ੱਕ ਹੋ ਸਕੇ, ਤੇ ਤੂੰ ਉਹੀ ਕੀਤਾ। ਜੋਤੀ ਬੋਲੀ, ਮੈਂ ਤੈਨੂੰ ਪਾਗਲ ਕਰਨ ਲਈ ਪਤਾ ਨਹੀਂ ਕਿਹੜੀਆਂ ਦਵਾਈਆਂ ਰੋਟੀ ਪਾਣੀ ਵਿੱਚ ਮਿਲਾ ਕੇ ਖਵਾ ਦਿੱਤੀਆਂ, ਪਰ ਮੈਂ ਸਫਲ ਨਾ ਹੋ ਸਕੀ। ਪਰ ਹਾਂ, ਹੁਣ ਮੈਂ ਸਫਲ ਹੋ ਗਈ। ਹੁਣ ਤੂੰ ਸੜ ਇਸ ਪਾਗਲਖਾਨੇ ਵਿੱਚ। ਮੈਂ ਤੇਰੇ ਪੈਸਿਆਂ ਤੇ ਐਸ਼ ਕਰਾਂਗੀ। ਇਹ ਸਭ ਗੱਲਾਂ ਉਸ ਨਰਸ ਦੇ ਮੋਬਾਈਲ ਵਿੱਚ ਰਿਕਾਰਡ ਹੋ ਗਈਆਂ ਸਨ, ਜੋ ਉਹ ਮੇਰੇ ਕੋਲ ਰੱਖ ਕੇ ਗਈ ਸੀ। ਇਹ ਸਭ ਕੁਝ ਕਹਿ ਕੇ ਉਹ ਜਾਣ ਲੱਗੇ ਤਾਂ ਮੈਂ ਕਿਹਾ, ਥੋੜਾ ਰੁਕ ਜਾਓ, ਮੇਰੀਆਂ ਵੀ ਸੁਣ ਲਓ। ਮੈਂ ਉਸ ਨਰਸ ਨੂੰ ਆਵਾਜ਼ ਮਾਰੀ ਤੇ ਉਹ ਮੋਬਾਈਲ ਉਸ ਦੇ ਹਵਾਲੇ ਕਰ ਦਿੱਤਾ। ਉਸ ਨਰਸ ਨੇ ਉਹ ਰਿਕਾਰਡਿੰਗ ਕੱਢ ਕੇ ਉਹਨਾਂ ਨੂੰ ਸੁਣਾਈ ਤਾਂ ਉਹ ਹੱਕੇ ਬੱਕੇ ਰਹਿ ਗਏ। ਪੁਲਿਸ ਨੇ ਉਹਨਾਂ ਨੂੰ ਉਸ ਸਬੂਤ ਦੇ ਆਧਾਰ ਤੇ ਫੜ ਲਿਆ। ਮੈਨੂੰ ਪਾਗਲ ਕਰਨ ਅਤੇ ਮੇਰੀ ਪ੍ਰਾਪਰਟੀ ਹੜਪਣ ਦੇ ਮਾਮਲੇ 'ਚ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਤੇ ਮੈਨੂੰ ਘਰ ਭੇਜ ਦਿੱਤਾ ਗਿਆ। ਮੈਂ ਹੁਣ ਬੜਾ ਹੀ ਸ਼ੁਕਰ ਮਨਾਉਂਦਾ ਹਾਂ ਉਸ ਨਰਸ ਦਾ, ਜਿਸ ਨੇ ਮੇਰੀ ਮਦਦ ਕੀਤੀ। ਨਹੀਂ ਤਾਂ ਮੈਂ ਉਸ ਪਾਗਲਖਾਨੇ ਵਿੱਚ ਪਾਗਲ ਹੋ ਕੇ ਰਹਿ ਜਾਣਾ ਸੀ, ਸਿਰਫ ਆਪਣੀ ਪਤਨੀ ਦੀ ਵਜ੍ਹਾ ਕਰਕੇ। ਸੋ ਦੋਸਤੋ, ਕਈ ਵਾਰ ਆਪਣਿਆਂ ਨਾਲ ਧੋਖਾ ਕਰ ਜਾਂਦੇ ਹਨ ਤੇ ਬੇਗਾਨੇ ਸਾਥ ਦੇ ਜਾਂਦੇ